ਰੋਜ਼ ਹੀ ਸਵੇਰੇ ਉੱਠਣ ਤੋਂ ਬਾਅਦ ਜਿਹੜੇ ਕੰਮ ਅਸੀਂ ਆਪਣੀ ਰੁਟੀਨ ਦੇ ਵਿੱਚ ਕਰਦੇ ਹਾਂ ਉਹਨਾਂ ਕੰਮਾਂ ਦੇ ਵਿੱਚ ਇੱਕ ਕੰਮ ਹੈ ਆਪਣੇ ਦੰਦਾਂ ਨੂੰ ਸਾਫ਼ ਕਰਨਾ ਤੇ ਇਹਦੇ ਵਾਸਤੇ ਆਮ ਤੌਰ ਤੇ ਅਸੀਂ ਟੂਥਪੇਸਟ ਇਸਤੇਮਾਲ ਕਰਦੇ ਹਾਂ। ਜਿਹੜੀ ਚੀਜ਼ ਸਾਡੀ ਰੁਟੀਨ ਦੇ ਵਿੱਚ ਸ਼ਾਮਲ ਹੋ ਜਾਵੇ ਬਾਜ਼ੇ ਵੇਲੇ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਇਗਨੋਰ ਹੋ ਜਾਂਦੀਆਂ ਨੇ। ਅਸੀਂ ਇਸਤੇਮਾਲ ਤੇ ਕਰ ਰਹੇ ਹੋਈਦਾ ਹੈ ਪਰ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ। ਅੱਜ ਦੀ ਇਸ ਵੀਡੀਓ ਦੇ ਵਿੱਚ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਟੂਥਪੇਸਟ ਦੇ ਥੱਲੇ ਵੱਖੋ-ਵੱਖ ਰੰਗਾਂ ਦੇ ਡੱਬੇ ਬਣੇ ਹੁੰਦੇ ਨੇ। ਇਹਨਾਂ ਦਾ ਕੀ ਮਤਲਬ ਹੈ? ਇਹ ਕਿਸ ਲਈ ਬਣਾਏ ਗਏ ਨੇ? ਤੁਸੀਂ ਕੀ ਪਤਾ ਇਹਦੇ ਬਾਰੇ ਕਦੀ ਗੌਰ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਪਰ ਅੱਜ ਅਸੀਂ ਤੁਹਾਨੂੰ ਇਹਨਾਂ ਬਾਰੇ ਹੀ ਜਾਣਕਾਰੀ ਦਵਾਂਗੇ। ਪਰ ਇਸ ਜਾਣਕਾਰੀ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਸਾਰੇ ਟੂਥਪੇਸਟ ਇੱਕੋ ਜਿਹੇ ਹੁੰਦੇ ਨੇ। ਉਹਨਾਂ ਦੇ ਬਾਰੇ ਚ ਗੱਲ ਕਰਦੇ ਹਾਂ ਕਿ ਐਸਾ ਨਹੀਂ ਹੈ। ਸਾਰੇ ਟੂਥਪੇਸਟ ਇੱਕੋ ਕੰਮ ਨਹੀਂ ਕਰਦੇ। ਹਾਲਾਂਕਿ ਇਹਨਾਂ ਦਾ ਬੇਸਿਕ ਮਕਸਦ ਜਿਹੜਾ ਹੈ ਉਹ ਦੰਦਾਂ ਦੀ ਸਫਾਈ ਹੀ ਹੈ, ਪਰ ਇਹਨਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਕੁਝ ਨੇ ਜਿਹੜੇ ਦੰਦਾਂ ਨੂੰ ਚਿੱਟਾ ਕਰਦੇ ਨੇ ਤੇ ਦੰਦਾਂ ਦੇ ਦਾਗ ਹਟਾਉਂਦੇ ਨੇ। ਉਹਨਾਂ ਦੇ ਵਿੱਚ ਕੈਲਸ਼ੀਅਮ ਪੈਰੋਆਕਸਾਈਡ ਜਾਂ ਹਾਈਡਰੋਜਨ ਪੈਰੋਆਕਸਾਈਡ ਵਰਗੀਆਂ ਸ਼ਾਵਾਂ ਸ਼ਾਮਲ ਹੁੰਦੀਆਂ ਨੇ। ਹੁਣ ਤੁਸੀਂ ਇੱਕ ਹੋਰ ਗੱਲ ਵੀ ਅਬਜ਼ਰਵ ਕੀਤੀ ਹੋਵੇਗੀ, ਆਈਸਕ੍ਰੀਮ ਖਾਂਦੇ ਆ, ਚਾਹ ਪੀਂਦੇ ਆ ਜਾਂ ਕੋਈ ਵੀ ਗਰਮ ਜਾਂ ਠੰਡੀ ਸ਼ੈ ਖਾਂਦੇ ਆ, ਬਾਜ਼ੇ ਵੇਲੇ ਇੱਕਦਮ ਦੰਦਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੀ ਏ। ਇਹ ਸੈਂਸਿਟਿਵ ਦੰਦ ਹੁੰਦੇ ਨੇ। ਸੈਂਸਿਟਿਵ ਦੰਦਾਂ ਲਈ ਜਿਹੜੇ ਟੂਥਪੇਸਟ ਬਣਾਏ ਜਾਂਦੇ ਨੇ ਉਹਨਾਂ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਜਾਂ ਅਸਟੋਰੀਅਮ ਕਲੋਰਾਈਡ ਹੁੰਦਾ ਹੈ। ਇੱਕ ਟੂਥਪੇਸਟ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਬੱਚਿਆਂ ਵਾਸਤੇ ਬਣਾਏ ਜਾਂਦੇ ਨੇ, ਪਰ ਅਸੀਂ ਸਾਰੇ ਟੂਥਪੇਸਟ ਹੀ ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਉਹੀ ਕਰਵਾਇਆ ਜਾਈਦਾ ਹੈ। ਬੱਚਿਆਂ ਲਈ ਬਣਾਏ ਗਏ ਟੂਥਪੇਸਟ ਅੰਦਰ ਫਲੋਰਾਈਡ ਘੱਟ ਪਾਇਆ ਜਾਂਦਾ ਹੈ ਕਿਉਂਕਿ ਬਹੁਤਾ ਫਲੋਰਾਈਡ ਬੱਚਿਆਂ ਦੇ ਨਾਜ਼ੁਕ ਦੰਦਾਂ ਵਾਸਤੇ ਫਲੋਰੋਸਿਸ ਦਾ ਸਬਬ ਬਣ ਸਕਦਾ ਹੈ। ਇਹ ਤੇ ਸੀ ਇਹਨਾਂ ਦੀਆਂ ਕਿਸਮਾਂ। ਹੁਣ ਆਉਂਦੇ ਹਾਂ ਅਸੀਂ ਜਿਹੜਾ ਸਾਡਾ ਟੌਪਿਕ ਹੈ, ਯਾਨੀ ਇਹ ਵੱਖੋ-ਵੱਖ ਰੰਗਾਂ ਦੇ ਡੱਬੇ ਤੇ ਇਹਨਾਂ ਰੰਗਾਂ ਦਾ ਮਕਸਦ ਕੀ ਹੈ। ਟੂਥਪੇਸਟ ਦੇ ਥੱਲੇ ਜਿਹੜਾ ਕਾਲੇ ਰੰਗ ਦਾ ਨਿਸ਼ਾਨ ਹੁੰਦਾ ਹੈ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਸਿਰਫ ਕੈਮੀਕਲਸ ਦੇ ਨਾਲ ਹੀ ਬਣਿਆ ਹੋਇਆ ਹੈ। ਇਹਦੇ ਵਿੱਚ ਕੁਦਰਤੀ ਇਜਜ਼ਾ ਸ਼ਾਮਲ ਨਹੀਂ ਕੀਤੇ ਗਏ। ਇਸ ਤੋਂ ਬਾਅਦ ਬਾਜ਼ੇ ਟੂਥਪੇਸਟ ਹੁੰਦੇ ਨੇ ਜਿਨ੍ਹਾਂ ਤੇ ਲਾਲ ਰੰਗ ਦਾ ਨਿਸ਼ਾਨ ਬਣਿਆ ਹੁੰਦਾ ਹੈ। ਇਹ ਲਾਲ ਰੰਗ ਦਾ ਕੋਡ ਜ਼ਾਹਰ ਕਰਦਾ ਹੈ ਕਿ ਇਸ ਟੂਥਪੇਸਟ ਦੇ ਵਿੱਚ ਕੈਮੀਕਲ ਵੀ ਸ਼ਾਮਲ ਨੇ ਤੇ ਉਹਦੇ ਨਾਲ ਕੁਦਰਤੀ ਸ਼ੈਵਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਹੁਣ ਆਨੇ ਆ ਨੀਲੇ ਰੰਗ ਦੇ ਕੋਡ ਬਾਰੇ। ਨੀਲੇ ਰੰਗ ਦਾ ਮਤਲਬ ਹੈ ਭਈ ਟੂਥਪੇਸਟ ਦੇ ਵਿੱਚ ਕੁਦਰਤੀ ਅਜਜ਼ਾ ਤੇ ਦਵਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਇਹ ਟੂਥਪੇਸਟ ਆਮ ਤੌਰ ਤੇ ਉਹਨਾਂ ਲੋਕਾਂ ਨੂੰ ਰეკਮੈਂਡ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਦੰਦਾਂ ਦੀ ਕਿਸੇ ਕਿਸਮ ਦੀ ਬਿਮਾਰੀ ਹੁੰਦੀ ਹੈ। ਹੁਣ ਗੱਲ ਕਰਾਂਗੇ ਸਬਜ਼ ਰੰਗ ਬਾਰੇ। ਸਬਜ਼ ਰੰਗ ਦਾ ਜਿਹੜਾ ਟੂਥਪੇਸਟ ਹੈ ਉਹਦਾ ਮਤਲਬ ਹੈ ਕਿ ਇਹਦੇ ਵਿੱਚ ਕੈਮੀਕਲ ਇਸਤੇਮਾਲ ਨਹੀਂ ਕੀਤੇ ਗਏ। ਇਹ ਸਾਰੇ ਦੀਆਂ ਸਾਰੀਆਂ ਸ਼ੈਵਾਂ ਜਿਹੜੀਆਂ ਨੇ ਇਹ ਕੁਦਰਤੀ ਹਨ। ਹੁਣ ਡੈਂਟਿਸਟ ਤੇ ਬਾਕੀ ਲੋਕ ਜਿਹੜੇ ਇਸ ਇੰਡਸਟਰੀ ਦੇ ਨਾਲ ਰਿਲੇਟਡ ਨੇ, ਜਿਹੜੇ ਰਿਸਰਚਰ ਨੇ, ਉਹ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਟੂਥਪੇਸਟ ਖਰੀਦੋ ਤੇ ਇਹਨਾਂ ਦੇ ਕਲਰਸ ਕੋਡ ਨੂੰ ਜ਼ਿਹਨ ਦੇ ਵਿੱਚ ਲਾਜ਼ਮੀ ਰੱਖੋ। ਮਿਸਾਲ ਦੇ ਤੌਰ ਤੇ ਜੇ ਅਸੀਂ ਬੱਚਿਆਂ ਲਈ ਬਲੈਕ ਕਲਰ ਕੋਡ ਵਾਲੇ ਟੂਥਪੇਸਟ ਇਸਤੇਮਾਲ ਕਰਾਂਗੇ ਤੇ ਉਹ ਉਹਨਾਂ ਲਈ ਠੀਕ ਨਹੀਂ ਹੋਣਗੇ ਕਿਉਂ ਜੇ ਉਹ ਸਾਰੇ ਦੇ ਸਾਰੇ ਕੈਮੀਕਲ ਦੇ ਨਾਲ ਬਣਾਏ ਗਏ ਹੁੰਦੇ ਨੇ। ਇਸੇ ਤਰ੍ਹਾਂ ਸਬਜ਼ ਰੰਗ ਦੇ ਕੋਡ ਵਾਲੇ ਇਹ ਸਾਰਿਆਂ ਦੀ ਸਿਹਤ ਲਈ ਬਿਹਤਰ ਨੇ ਕਿਉਂ ਜੇ ਇਹਦੇ ਵਿੱਚ ਕੈਮੀਕਲ ਸ਼ਾਮਲ ਨਹੀਂ। ਉਮੀਦ ਕਰਦੇ ਹਾਂ ਕਿ ਇਹ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਵੇਗੀ। ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਜੇ।